Kanchan Outlook। महला चौथा। जिन को आप दे वडियाई, जगत भी आपे आण, तिन को पैरी पाई। गुरु साहब कहते ने कि जिन्हां नूं प्रभु आप वडियाई बख्शदा है, उन्हां दे चरनी सारे संसार नूं भी लिया के पांदा है। सारे संसार नूं उन्हां दे चरनी लगा दिंदा है। डरिए तां जे किछ आप दू कीचै, सब करता अपनी कला ਵਧਾਈ। इस वडियाई नूं आउंदा वेख के तद डरीए जे असीं कुछ अपने कोलों करदे होवीए। ਇਹ ਤਾਂ ਕਰਤਾਰ ਆਪਣੀ ਕਲਾ ਆਪ ਵਧਾ ਰਿਹਾ ਹੈ। ਬਹੁਤ ਵੱਡਾ ਸੰਦੇਸ਼ ਇਸ ਪੰਕਤੀ ਦੇ ਵਿੱਚ ਹੈ। ਜਦ ਸਾਡੇ ਜੀਵਨ ਦੇ ਵਿੱਚ ਕੁਝ ਚੰਗਾ ਹੋਣ ਲੱਗ ਜਾਏ ਤਾਂ ਨਾਲ ਦੀ ਨਾਲ ਹੀ ਸਾਨੂੰ ਡਰ ਪੈ ਜਾਂਦਾ ਹੈ ਕਿ ਇਹ ਚੰਗਾ ਹੁੰਦਾ ਹੁੰਦਾ ਕਦੇ ਖਤਮ ਨਾ ਹੋਵੇ, ਇਹ ਚੰਗਾ ਹੀ ਚੰਗਾ ਹੁੰਦਾ ਜਾਏ। ਕੋਈ ਕੰਮ ਸਹੀ ਹੋਣ ਲੱਗ ਜਾਣ, ਕਿਸੇ ਪਾਸਿਓਂ ਵਿੱਤੀ ਤੌਰ 'ਤੇ ਕੋਈ ਲਾਭ ਹੋਣ ਲੱਗ ਜਾਏ, ਅਸੀਂ ਖੁਸ਼ ਤੇ ਹੁੰਦੇ ਹਾਂ ਪਰ ਨਾਲ ਦੀ ਨਾਲ ਡਰਦੇ ਵੀ ਹਾਂ ਕਿ ਇਹ ਜੋ ਲਾਭ ਹੋ ਰਿਹਾ ਹੈ ਇਹ ਲਾਭ ਹੀ ਹੁੰਦਾ ਰਹੇ, ਇਹ ਨਾ ਹੋਵੇ ਕਿਤੇ ਕੱਲ੍ਹ ਨੂੰ ਹਾਨੀ ਹੋਣ ਲੱਗ ਜਾਵੇ। ਇਹ ਜੋ ਮੇਰੇ ਕੰਮ ਬਣਦੇ ਪਏ ਨੇ ਇਹ ਇਸੇ ਪ੍ਰਕਾਰ ਹੀ ਬਣਦੇ ਰਹਿਣ, ਇਹ ਨਾ ਹੋਵੇ ਕਿ ਕੱਲ੍ਹ ਨੂੰ ਮੇਰੇ ਕੰਮ ਬਣਨੇ ਬੰਦ ਹੋ ਜਾਣ। ਇੱਦਾਂ ਦੇ ਡਰ ਸਾਡੇ ਅੰਦਰ ਪੈਦਾ ਹੋ ਜਾਂਦੇ ਹਨ ਜਦ ਜੀਵਨ ਦੇ ਵਿੱਚ ਚੰਗੀਆਂ ਪਰਿਸਥਿਤੀਆਂ ਆਉਣ ਲੱਗਦੀਆਂ ਨੇ। ਉਹ ਡਰ ਪੈਦਾ ਹੋਣ ਦਾ ਕਾਰਨ ਇਹ ਹੁੰਦਾ ਹੈ ਕਿ ਅਸੀਂ ਸੋਚਦੇ ਹਾਂ ਕਿ ਮੈਂ ਕਰ ਰਿਹਾ ਹਾਂ ਇਹ ਸਭ ਕੁਝ। ਜੇ ਮੇਰੇ ਜੀਵਨ ਦੇ ਵਿੱਚ ਕੁਝ ਚੰਗਾ ਆ ਰਿਹਾ ਹੈ ਤਾਂ ਮੈਂ ਉਸ ਚੰਗੇ ਨੂੰ ਲੈ ਕੇ ਆ ਰਿਹਾ ਹਾਂ। ਇਹ ਸੋਚ ਜਦ ਤੱਕ ਸਾਡੇ ਅੰਦਰ ਹੈ ਤਦ ਤੱਕ ਅਸੀਂ ਡਰਾਂਗੇ ਵੀ ਜ਼ਰੂਰ। ਪਰ ਜੇ ਅਸੀਂ ਇਸ ਗੱਲ ਨੂੰ ਸਮਝ ਲਈਏ ਕਿ ਡਰੀਏ ਤਾਂ ਜੇ ਕਿਛ ਆਪ ਤੂ ਕੀਚੈ, ਸਭ ਕਰਤਾ ਆਪਣੀ ਕਲਾ ਵਧਾਈ। ਵੀ ਡਰੀਏ ਤਾਂ ਜੇ ਅਸੀਂ ਆਪਣੇ ਵੱਲੋਂ ਕੁਝ ਕਰਦੇ ਹੋਈਏ, ਜੋ ਵੀ ਸਾਡੇ ਜੀਵਨ ਦੇ ਵਿੱਚ ਹੈ ਉਸ ਕਰਤਾਰ ਦੀ ਬਖਸ਼ਿਸ਼ ਹੈ। ਉਹ ਕਰਤਾਰ ਆਪਣੀ ਕਲਾ ਵਧਾ ਰਿਹਾ ਹੈ ਜੇ ਸਾਡੇ ਜੀਵਨ ਦੇ ਵਿੱਚ ਚੰਗੀਆਂ ਪਰਿਸਥਿਤੀਆਂ ਆ ਰਹੀਆਂ ਨੇ। ਸੋ ਉਹਦੀ ਰਜ਼ਾ ਸਮਝ ਕੇ ਸਾਨੂੰ ਕਬੂਲ ਕਰ ਲੈਣੀਆਂ ਚਾਹੀਦੀਆਂ ਨੇ। ਬਹੁਤਾ ਉਹਨਾਂ ਬਾਰੇ ਸੋਚਣਾ ਨਹੀਂ ਚਾਹੀਦਾ। ਅਤੇ ਜਦੋਂ ਭਲਕੇ ਮਾੜੀਆਂ ਪਰਿਸਥਿਤੀਆਂ ਆ ਜਾਣ ਉਦੋਂ ਸਾਡੇ ਵਿੱਚ ਉਹ ਸਮਰੱਥਾ ਹੋਏਗੀ ਕਿ ਅਸੀਂ ਉਹਨਾਂ ਮਾੜੀਆਂ ਪਰਿਸਥਿਤੀਆਂ ਨੂੰ ਵੀ ਪਰਮਾਤਮਾ ਦੀ ਰਜ਼ਾ ਸਮਝ ਕੇ ਕਬੂਲ ਕਰ ਸਕਾਂਗੇ। ਦੇਖੋ ਭਾਈ ਇਹੋ ਅਖਾੜਾ ਹਰ ਪ੍ਰੀਤਮ ਸੱਚੇ ਕਾ, ਜਿਨ ਆਪਣਾ ਜੋਰ ਸਭ ਆਣ ਨਿਵਾਏ। ਭਾਈ ਚੇਤਾ ਰੱਖੋ, ਜਿਸ ਪ੍ਰਭੂ ਨੇ ਆਪਣੇ ਬਲ ਨਾਲ ਸਭ ਜੀਵਾਂ ਨੂੰ ਲਿਆ ਕੇ ਸਤਿਗੁਰੂ ਦੇ ਅੱਗੇ ਨਿਵਾਇਆ ਹੈ, ਉਸ ਸੱਚੇ ਪ੍ਰੀਤਮ ਦਾ ਇਹ ਸੰਸਾਰ ਅਖਾੜਾ ਹੈ। ਉਹ ਪਰਮਾਤਮਾ ਇਸ ਸੰਸਾਰ ਅਖਾੜੇ ਨੂੰ ਆਪਣੀ ਮਰਜ਼ੀ ਦੇ ਨਾਲ ਚਲਾ ਰਿਹਾ ਹੈ। ਆਪਣਿਆਂ ਭਗਤਾਂ ਕੀ ਰੱਖ ਕਰੇ ਹਰ ਸੁਆਮੀ, ਨਿੰਦਕਾਂ ਦੁਸ਼ਟਾਂ ਕੇ ਮੂੰਹ ਕਾਲੇ ਕਰਾਏ। ਇਸ ਸੰਸਾਰ ਅਖਾੜੇ ਦੇ ਵਿੱਚ ਉਹ ਸੁਆਮੀ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ, ਨਿੰਦਕਾਂ ਦੁਸ਼ਟਾਂ ਦੇ ਮੂੰਹ ਕਾਲੇ ਕਰਵਾਉਂਦਾ ਹੈ। ਜੋ ਗੁਰੂ ਦੇ ਨਿੰਦਕ ਹਨ ਉਹਨਾਂ ਦੇ ਮੂੰਹ ਕਾਲੇ ਹੋਣੇ ਹਨ, ਅੱਜ ਨਹੀਂ ਤੇ ਕੱਲ੍ਹ ਹੋ ਜਾਣਗੇ। ਸਤਿਗੁਰ ਕੀ ਵਡਿਆਈ ਨਿਤ ਚੜ੍ਹੈ ਸਵਾਈ, ਹਰ ਕੀਰਤ ਭਗਤ ਨਿਤ ਆਪ ਕਰਾਏ। ਸਤਿਗੁਰੂ ਦੀ ਮਹਿਮਾ ਸਦਾ ਵੱਧਦੀ ਹੈ ਕਿਉਂਕਿ ਪਰਮਾਤਮਾ ਹਰੀ ਸਤਿਗੁਰੂ ਦੇ ਪਾਸੋਂ ਆਪਣੀ ਭਗਤੀ ਤੇ ਆਪਣਾ ਕੀਰਤਨ ਆਪ ਕਰਵਾਉਂਦਾ ਹੈ। ਅਨ ਦਿਨ ਨਾਮ ਜਪੋ ਗੁਰ ਸਿੱਖੋ, ਹਰ ਕਰਤਾ ਸਤਿਗੁਰ ਘਰੀ ਵਸਾਈ। ਹੇ ਗੁਰ ਸਿੱਖੋ, ਹਰ ਰੋਜ਼ ਭਾਵ ਕਿ ਹਰ ਵੇਲੇ ਪਰਮਾਤਮਾ ਦਾ ਨਾਮ ਜਪੋ ਤਾਂ ਕਿ ਸਿਰਜਣਹਾਰ ਪਰਮਾਤਮਾ ਇਹੋ ਜਿਹਾ ਸਤਿਗੁਰੂ, ਜਿਸ ਸਤਿਗੁਰੂ ਦੀ ਆਪਾਂ ਪਿਛਲੀਆਂ ਪੰਕਤੀਆਂ ਦੇ ਵਿੱਚ ਗੱਲ ਕਰਕੇ ਆਏ ਹਾਂ, ਇਹੋ ਜਿਹਾ ਸਤਿਗੁਰੂ ਤੁਹਾਡੇ ਹਿਰਦਿਆਂ ਦੇ ਵਿੱਚ ਵਸ ਜਾਏ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਹੇ ਗੁਰ ਸਿੱਖੋ, ਸਤਿਗੁਰੂ ਦੀ ਬਾਣੀ
ਨਿਰੋਲ ਸੱਚ ਸਮਝੋ, ਸੱਚ ਸਮਝ ਕੇ ਜਾਣੋ, ਸੱਚ ਜਾਣ ਕੇ ਆਪਣੇ ਹਿਰਦਿਆਂ ਦੇ ਵਿੱਚ ਵਸਾਓ, ਕਿਉਂਕਿ ਸਿਰਜਣਹਾਰ ਪ੍ਰਭੂ ਇਹ ਬਾਣੀ ਸਤਿਗੁਰੂ ਦੇ ਮੂੰਹ ਤੋਂ ਆਪ ਅਖਵਾਉਂਦਾ ਹੈ। ਇੰਜ ਤੇ ਨਹੀਂ ਸੀ ਕਿ ਗੁਰੂ ਸਾਹਿਬ ਮਿੱਥ ਕੇ ਬੈਠ ਜਾਂਦੇ ਸਨ ਕਿ ਗੁਰਬਾਣੀ ਲਿਖਣੀ ਹੈ। ਨਹੀਂ, ਉਹ ਤੇ ਆਪਣੇ ਕੰਮਕਾਰ ਕਰਦੇ ਸਨ, ਸੇਵਾ ਕਰਦੇ ਸਨ। ਗੁਰਬਾਣੀ ਤੇ ਪ੍ਰਮਾਤਮਾ ਵੱਲੋਂ ਆਪਣੇ ਆਪ ਹੀ ਬਖਸ਼ਿਸ਼ ਹੁੰਦੀ ਸੀ। ਉਹਨਾਂ ਨੇ ਸੋਚ ਕੇ ਗੁਰਬਾਣੀ ਨਹੀਂ ਲਿਖੀ, ਪ੍ਰਮਾਤਮਾ ਨੇ ਉਹਨਾਂ ਤੇ ਬਖਸ਼ਿਸ਼ ਕੀਤੀ, ਉਹਨਾਂ ਦੇ ਮਨਾਂ ਦੇ ਵਿੱਚ ਗੁਰਬਾਣੀ ਪੈਦਾ ਕੀਤੀ ਤੇ ਗੁਰੂ ਸਾਹਿਬ ਨੇ ਉਹ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਨੂੰ ਭੇਂਟ ਕੀਤੀ ਹੈ। ਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਗੁਰਬਾਣੀ ਨੂੰ ਅਸੀਂ ਸੱਚ ਕਰਕੇ ਜਾਣੀਏ, ਕੋਈ ਸ਼ੱਕ ਨਾ ਕਰੀਏ। ਗੁਰਸਿੱਖਾਂ ਕੇ ਮੂੰਹ ਉਜਲੇ ਕਰੇ ਹਰ ਪਿਆਰਾ, ਗੁਰ ਕਾ ਜੈਕਾਰ ਸੰਸਾਰ ਸਬਤ ਕਰਾਏ। ਪਿਆਰਾ ਹਰੀ ਗੁਰਸਿੱਖਾਂ ਦੇ ਮੂੰਹ ਉਜਲੇ ਕਰਦਾ ਹੈ ਤੇ ਸੰਸਾਰ ਵਿੱਚ ਸਭਨੀ ਪਾਸੀਂ ਸਤਿਗੁਰੂ ਦੀ ਚਿੱਤ ਕਰਵਾਉਂਦਾ ਹੈ। ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸਨ ਕੀ ਹਰ ਪੈਜ ਰਖਾਈ। ਦਾਸ ਨਾਨਕ ਵੀ ਉਸ ਪ੍ਰਭੂ ਦਾ ਸੇਵਕ ਹੈ ਤੇ ਆਪਣੇ ਸੇਵਕਾਂ ਦੀ ਲਾਜ ਉਹ ਪਰਮਾਤਮਾ ਆਪ ਰੱਖਦਾ ਹੈ। ਪੌੜੀ। ਤੂੰ ਸੱਚਾ ਸਾਹਿਬ ਆਪ ਹੈ, ਸੱਚ ਸ਼ਾਹ ਹਮਾਰੇ। ਹੇ ਸਾਡੇ ਸਦਾ ਥਿਰ ਰਹਿਣ ਵਾਲੇ ਸ਼ਾਹ, ਉਸ ਪਰਮਾਤਮਾ ਨੂੰ ਸੰਬੋਧਨ ਕਰਕੇ ਗੁਰੂ ਜੀ ਕਹਿੰਦੇ ਹਨ, ਤੂੰ ਸੱਚਾ ਸਾਹਿਬ ਆਪ ਹੈ, ਤੂੰ ਆਪ ਹੀ ਸੱਚਾ ਮਾਲਕ ਹੈ। ਸੱਚ ਪੂੰਜੀ ਨਾਮ ਦਰੜਾਏ, ਪ੍ਰਭ ਵਣਜਾਰੇ ਥਾਰੇ। ਹੇ ਪ੍ਰਮਾਤਮਾ, ਅਸੀਂ ਤੇਰੇ ਵਣਜਾਰੇ ਹਾਂ। ਸਾਡੇ ਹਿਰਦਿਆਂ ਦੇ ਵਿੱਚ ਇਹ ਗੱਲ ਪੱਕੀ ਕਰ, ਸਾਨੂੰ ਇਸ ਗੱਲ ਦਾ ਨਿਸ਼ਚਾ ਕਰਵਾ ਕਿ ਨਾਮ ਦੀ ਪੂੰਜੀ ਸਦਾ ਕਾਇਮ ਰਹਿਣ ਵਾਲੀ ਹੈ। ਸੱਚ ਪੂੰਜੀ ਨਾਮ ਦ੍ਰਿੜਾਏ, ਪ੍ਰਭ ਵਣਜਾਰੇ ਥਾਰੇ। ਸੱਚ ਸੇਵੈ ਸੱਚ ਵਣੰਜ ਲਹਿ, ਗੁਣ ਕਥਾ ਨਿਰਾਰੇ। ਸੇਵਕ ਭਾਏ ਸੇ ਜਨ ਮਿਲੇ, ਗੁਰ ਸ਼ਬਦ ਸਵਾਰੇ। ਉਹ ਮਨੁੱਖ ਜੋ ਗੁਰੂ ਦੇ ਸ਼ਬਦਾਂ ਕਰਕੇ ਸਵਾਰੇ ਗਏ, ਗੁਰੂ ਦੇ ਸ਼ਬਦ ਸੁਣ ਕੇ ਸਵਾਰੇ ਗਏ ਤੇ ਸੇਵਕ ਸੁਭਾਅ ਵਾਲੇ ਹੋ ਗਏ। ਸੇਵਕ ਭਾਏ ਸੇ ਜਨ ਮਿਲੇ, ਗੁਰ ਸ਼ਬਦ ਸਵਾਰੇ। ਉਹ ਪ੍ਰਮਾਤਮਾ ਨੂੰ ਮਿਲਦੇ ਹਨ, ਸਦਾ ਥਿਰ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ, ਸੱਚ ਨਾਮ ਦਾ ਸੌਦਾ ਖਰੀਦਦੇ ਹਨ ਤੇ ਪ੍ਰਭੂ ਦੇ ਗੁਣ ਉਚਾਰਦੇ ਹਨ। ਸ਼ੁਰੂਆਤ ਹੁੰਦੀ ਹੈ ਗੁਰੂ ਦੇ ਸ਼ਬਦਾਂ ਦੇ ਲੜ ਲੱਗ ਕੇ। ਅਸੀਂ ਗੁਰਬਾਣੀ ਦੇ ਲੜ ਲੱਗ ਕੇ ਗੁਰੂ ਦੇ ਸ਼ਬਦਾਂ ਦੇ ਲੜ ਲੱਗ ਚੁੱਕੇ ਹਾਂ। ਗੁਰਬਾਣੀ ਦੇ ਰਾਹੀਂ ਅਸੀਂ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹਾਂ। ਗੁਰਬਾਣੀ ਦੇ ਰਾਹੀਂ ਅਸੀਂ ਪ੍ਰਮਾਤਮਾ ਦੀ ਨਾਮ ਪੂੰਜੀ ਵੀ ਇਕੱਠੀ ਕਰ ਰਹੇ ਹਾਂ। ਗੁਰਬਾਣੀ ਦਾ ਸਾਡੇ ਹਿਰਦਿਆਂ 'ਤੇ ਅਸਰ ਵੀ ਹੋਇਆ ਹੈ, ਸਾਡੇ ਵਿੱਚ ਸੁਧਾਰ ਵੀ ਆਏ ਹਨ ਤੇ ਹੁਣ ਅਸੀਂ ਪ੍ਰਮਾਤਮਾ ਨੂੰ ਆਪਣੇ ਨਜ਼ਦੀਕ ਮਹਿਸੂਸ ਕਰਦੇ ਹਾਂ। ਤੂੰ ਸੱਚਾ ਸਾਹਿਬ ਅਲਖ ਹੈ, ਗੁਰ ਸ਼ਬਦ ਲਖਾਰੇ। ਹੇ ਪ੍ਰਮਾਤਮਾ, ਤੂੰ ਸੱਚਾ ਮਾਲਕ ਹੈ, ਤੈਨੂੰ ਕੋਈ ਸਮਝ ਨਹੀਂ ਸਕਦਾ, ਤੂੰ ਅਲਖ ਹੈ, ਪਰ ਸਤਿਗੁਰੂ ਦੇ ਸ਼ਬਦ ਦੁਆਰਾ ਤੈਨੂੰ ਜਾਣਿਆ ਜਾ ਸਕਦਾ ਹੈ। ਸ਼ਲੋਕ ਮਹਿਲਾ ਚੌਥਾ। ਜਿਸ ਅੰਦਰ ਤਾਤ ਪਰਾਈ ਹੋਵੈ, ਤਿਸ ਦਾ ਕਦੇ ਨਾ ਹੋਵੀ ਭਲਾ। ਉਸ ਦੇ ਆਖਿਆ ਕੋਈ ਨਾ ਲੱਗੈ, ਨਿਤ ਉਜਾੜੀ ਪੁਕਾਰੇ ਖਲਾ। ਜਿਸ ਦੇ ਹਿਰਦੇ ਵਿੱਚ ਪਰਾਈ ਈਰਖਾ ਹੋਵੇ, ਉਸ ਦਾ ਆਪਣਾ ਵੀ ਕਦੇ ਭਲਾ ਨਹੀਂ ਹੁੰਦਾ। ਇੱਥੇ ਫਿਰ ਤੋਂ ਇਹ ਗੱਲ ਯਾਦ ਦਿਵਾਉਣੀ ਚਾਹਾਂਗੇ ਕਿ ਸਰੀਰਕ ਤੌਰ 'ਤੇ, ਦੁਨਿਆਵੀ ਪੱਧਰ 'ਤੇ ਬੇਸ਼ੱਕ ਸਾਨੂੰ ਲੱਗੇ ਕਿ ਫਲਾਨਾ ਇਨਸਾਨ ਗਲਤ ਕੰਮ ਕਰਦਾ ਹੈ, ਪਰਾਈ ਈਰਖਾ ਦਿਲ ਦੇ ਵਿੱਚ ਰੱਖਦਾ ਹੈ, ਪਰ ਉਹ ਤੇ ਫਿਰ ਵੀ ਅਮੀਰ ਹੈ, ਉਹਦਾ ਤੇ ਭਲਾ ਹੀ ਭਲਾ ਹੋ ਰਿਹਾ ਹੈ। ਉਹ ਸਰੀਰਕ ਤੌਰ 'ਤੇ ਹੋ ਰਿਹਾ ਹੈ। ਮਾਨਸਿਕ ਤੌਰ 'ਤੇ ਉਹ ਇਨਸਾਨ ਕਿਸ ਪ੍ਰਕਾਰ ਦੀ ਦੁਬਿਧਾ ਦੇ ਵਿੱਚੋਂ ਦੀ ਗੁਜ਼ਰ ਰਿਹਾ ਹੋਵੇਗਾ ਅਸੀਂ ਨਹੀਂ ਜਾਣਦੇ। ਪਰ ਜੇਕਰ ਤੁਸੀਂ ਕਦੇ ਵੀ ਕਿਸੇ ਨਾਲ ਥੋੜ੍ਹੀ ਬਹੁਤ ਵੀ ਈਰਖਾ ਕੀਤੀ ਹੈ ਤਾਂ ਇਸ ਗੱਲ ਦਾ ਅਹਿਸਾਸ ਤੁਹਾਨੂੰ ਜ਼ਰੂਰ ਹੋਏਗਾ ਕਿ ਤੁਸੀਂ ਖੁਦ ਕਿੰਨੇ ਦੁਖੀ ਹੋਏ ਸੀ
ਤਾਂ ਜਦ ਪਰਾਈ ਈਰਖਾ ਹਿਰਦੇ ਦੇ ਵਿੱਚ ਰੱਖੀਏ ਤਾਂ ਮਨ ਕਦੇ ਸ਼ਾਂਤ ਨਹੀਂ ਹੁੰਦਾ। ਇਸੇ ਨੂੰ ਹੀ ਕਿਹਾ ਗਿਆ ਹੈ ਕਿ ਆਪਣਾ ਵੀ ਕਦੇ ਉਹ ਭਲਾ ਨਹੀਂ ਕਰ ਪਾਉਂਦਾ। ਉਸ ਦਾ ਆਖਿਆ ਕੋਈ ਨਾ ਲੱਗਾ, ਉਸ ਦੇ ਬਚਨ 'ਤੇ ਕੋਈ ਇਤਬਾਰ ਨਹੀਂ ਕਰਦਾ। ਉਹ ਸਦਾ ਇਹ ਮੰਨੋ ਕਿ ਉਜਾੜ ਵਿੱਚ ਖਲੋਤਾ ਕੂਕਦਾ ਹੈ। ਜਿਸ ਅੰਦਰ ਚੁਗਲੀ ਚੁਗਲੋ ਵੱਜੈ, ਕੀਤਾ ਕਰਤਿਆ ਉਸ ਦਾ ਸਭ ਗਿਆ। ਜਿਸ ਮਨੁੱਖ ਦੇ ਹਿਰਦੇ ਵਿੱਚ ਚੁਗਲੀ ਹੁੰਦੀ ਹੈ ਉਹਨੂੰ ਚੁਗਲਖੋਰ ਆਖਦੇ ਹਾਂ। ਉਹ ਚੁਗਲ ਦੇ ਨਾਮ ਨਾਲ ਮਸ਼ਹੂਰ ਹੋ ਜਾਂਦਾ ਹੈ ਤੇ ਇਸ ਪ੍ਰਕਾਰ ਉਸ ਦੀ ਪਿਛਲੀ ਸਾਰੀ ਕੀਤੀ ਹੋਈ ਕਮਾਈ ਵਿਅਰਥ ਜਾਂਦੀ ਹੈ। ਇੱਕ ਇਨਸਾਨ ਚੰਗਾ ਭਲਾ ਆਪਣਾ ਜੀਵਨ ਬਤੀਤ ਕਰ ਰਿਹਾ ਹੈ, ਸਭ ਲੋਕ ਉਹਦੀ ਇੱਜ਼ਤ ਕਰਦੇ ਹਨ ਤੇ ਫਿਰ ਉਹ ਚੁਗਲੀਆਂ ਕਰਨ ਲੱਗ ਜਾਏ ਤੇ ਉਹ ਇੱਜ਼ਤ ਮਿੱਟੀ ਦੇ ਵਿੱਚ ਮਿਲ ਜਾਂਦੀ ਹੈ। ਹੁਣ ਤੱਕ ਦੀ ਕੀਤੀ ਕਮਾਈ, ਖੱਟੀ ਇੱਜ਼ਤ ਖਤਮ ਹੋ ਜਾਂਦੀ ਹੈ, ਕਿਉਂਕਿ ਜੋ ਚੁਗਲਖੋਰ ਹੈ ਉਹਨਾਂ ਦੀ ਆਦਤ ਹੋ ਜਾਂਦੀ ਹੈ ਕਿ ਇੱਕ ਕੋਲ ਦੂਜੇ ਦੀ ਤੇ ਦੂਜੇ ਕੋਲ ਪਹਿਲੇ ਦੀ ਚੁਗਲੀ ਕਰਨਗੇ ਤੇ ਕਦੇ ਨਾ ਕਦੇ ਫੜੇ ਜ਼ਰੂਰ ਜਾਂਦੇ ਨੇ। ਤੇ ਜਦ ਫੜੇ ਗਏ, ਨਿਤ ਚੁਗਲੀ ਕਰੇ ਅਨਹੋਂਦੀ ਪਰਾਈ, ਮੂੰਹ ਕੱਢ ਨਾ ਸਕੈ ਉਸ ਦਾ ਕਾਲਾ ਪਿਆ। ਚੁਗਲੀ ਫੜੀ ਜਾਂਦੀ ਹੈ, ਬੇਇੱਜ਼ਤੀ ਹੋ ਜਾਂਦੀ ਹੈ, ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਿ ਜਾਂਦਾ। ਇਹ ਮੰਨ ਲਈਏ ਕਿ ਉਹਦਾ ਮੂੰਹ ਕਾਲਾ ਹੋ ਜਾਂਦਾ ਹੈ ਤੇ ਇਸ ਮੂੰਹ ਕਾਲਖ ਦੇ ਕਰਕੇ ਉਹ ਕਿਸੇ ਦੇ ਮੱਥੇ ਲੱਗਣੋਂ ਵੀ ਜਾਂਦਾ ਰਹਿੰਦਾ ਹੈ, ਕਿਸੇ ਦੇ ਮੱਥੇ ਨਹੀਂ ਲੱਗ ਪਾਉਂਦਾ, ਅੱਖ ਨਾਲ ਅੱਖ ਮਿਲਾ ਕੇ ਗੱਲ ਨਹੀਂ ਕਰ ਪਾਉਂਦਾ, ਕਿਉਂਕਿ ਉਸ ਇਨਸਾਨ ਦੀ ਚੁਗਲੀ ਜੋ ਕੀਤੀ ਹੁੰਦੀ ਹੈ। ਅੱਖ ਨਾਲ ਅੱਖ ਮਿਲਾ ਕੇ ਕਿਵੇਂ ਗੱਲ ਕਰ ਸਕਦਾ ਹੈ। ਕਰਮ ਧਰਤੀ ਸਰੀਰ ਕਲਯੁਗ ਵਿੱਚ, ਜਿਹਾ ਕੋ ਬੀਜੇ ਤਿਹਾ ਕੋ ਖਾਈ। ਕਲਯੁਗ ਇੱਥੇ ਮਨੁੱਖੇ ਜਨਮ ਦੇ ਲਈ ਵਰਤਿਆ ਗਿਆ ਸ਼ਬਦ ਹੈ। ਮਨੁੱਖੀ ਜਨਮ ਦੀ ਅਵਧੀ ਨੂੰ ਕਲਯੁਗ ਕਿਹਾ ਗਿਆ ਹੈ ਤੇ ਜ਼ਾਹਿਰ ਜਿਹੀ ਗੱਲ ਹੈ ਕਿ ਹਰ ਮਨੁੱਖ ਦੀ ਜੀਵਨ ਦੀ ਅਵਧੀ ਵੱਖਰੀ ਵੱਖਰੀ ਹੈ ਤੇ ਹਰ ਮਨੁੱਖ ਦੇ ਲਈ ਇਹ ਕਲਯੁਗ ਦਾ ਸਮਾਂ ਵੀ ਵੱਖਰਾ ਵੱਖਰਾ ਹੈ। ਇੱਕ ਜੋ ਦੂਸਰਾ ਕਲਯੁਗ ਹੈ, ਜੋ ਯੁੱਗਾਂ ਦੀ ਗੱਲ ਹੁੰਦੀ ਹੈ, ਉਹ ਵਾਲਾ ਕਲਯੁਗ ਇੱਕ ਯੁੱਗ ਦੀ ਗੱਲ ਕਰਦਾ ਹੈ, ਪਰ ਇੱਥੇ ਜੋ ਕਲਯੁਗ ਹੈ ਉਹ ਮਨੁੱਖੇ ਜਨਮ ਦੀ ਗੱਲ ਕਰਦਾ ਹੈ। ਗੁਰੂ ਜੀ ਕਹਿੰਦੇ ਹਨ, ਕਰਮ ਧਰਤੀ ਸਰੀਰ, ਸਾਡਾ ਇਹ ਸਰੀਰ ਕਰਮ ਭੋਏ ਹੈ, ਕਰਮ ਧਰਤੀ ਹੈ, ਜ਼ਮੀਨ ਹੈ। ਕਲਯੁਗ ਵਿੱਚ ਜਿਹਾ ਕੋ ਬੀਜੇ ਤਿਹਾ ਕੋ ਖਾਏ। ਆਪਣੇ ਜਨਮ ਦੇ ਵਿੱਚ, ਆਪਣੇ ਜੀਵਨ ਦੇ ਦੌਰਾਨ ਇਸ ਮਨੁੱਖੇ ਸਰੀਰ ਰੂਪੀ ਧਰਤੀ ਤੇ ਜਿਹੋ ਜਿਹਾ ਕੁਝ ਮਨੁੱਖ ਬੀਜਦਾ ਹੈ ਤਿਹੋ ਜਿਹਾ ਕੁਝ ਖਾਂਦਾ ਹੈ। ਜਿੱਦਾਂ ਦਾ ਬੀਜ ਅਸੀਂ ਆਪਣੇ ਅੰਦਰ ਬੀਜਾਂਗੇ ਉੱਦਾਂ ਦਾ ਫਲ ਅਸੀਂ ਖਾ ਲਵਾਂਗੇ। ਇਹਨੂੰ ਥੋੜ੍ਹਾ ਹੋਰ ਵਿਸਤਾਰ ਵਿੱਚ ਕਰਦੇ ਹਾਂ। ਅੱਗੇ ਇੱਕ ਹੋਰ ਪੰਕਤੀ ਆਣੀ ਹੈ, ਉਹਦੇ ਤੋਂ ਬਾਅਦ ਹੋਰ ਵਿਸਥਾਰ ਦੇ ਵਿੱਚ ਇਸ ਬਾਰੇ ਗੱਲ ਕਰਾਂਗੇ। ਗੱਲਾਂ ਉੱਪਰ ਤਪਾਵਸ ਨਾ ਹੋਈ, ਵਿਸ ਖਾਧੀ ਤਤਕਾਲ ਮਰ ਜਾਏ। ਗੁਰੂ ਜੀ ਕਹਿੰਦੇ ਕਿ ਕੀਤੇ ਕਰਮਾਂ ਦਾ ਨਿਬੇੜਾ ਗੱਲਾਂ ਉੱਤੇ ਨਹੀਂ ਹੁੰਦਾ। ਤਪਾਵਸ ਤੋਂ ਭਾਵ ਨਿਆਂ, ਨਿਬੇੜਾ। ਕਰਮ ਕੀ ਕੀਤੇ, ਮਨ ਦੇ ਅੰਦਰ ਸਿੱਖਿਆਵਾਂ ਕਿਹੋ ਜਿਹੀਆਂ ਭਰੀਆਂ, ਉਹਨਾਂ 'ਤੇ ਨਿਬੇੜਾ ਹੋਣਾ ਹੈ। ਮੁੱਖ ਤੋਂ ਗੱਲਾਂ ਕਿਹੋ ਜਿਹੀਆਂ ਕਰ ਰਹੇ ਹੋ, ਉਹਨਾਂ 'ਤੇ ਨਿਬੇੜਾ ਨਹੀਂ ਹੋਣਾ। ਜੇ ਜ਼ਹਿਰ ਖਾਧੀ ਜਾਏ ਤੇ ਤੁਰੰਤ ਮਰਿਆ ਜਾਂਦਾ ਹੈ। ਜ਼ਹਿਰ ਖਾ ਕੇ ਅਸੀਂ ਇਹ ਕਹੀ ਜਾਈਏ ਗੱਲਾਂ ਦੇ ਨਾਲ, ਮੁੱਖ ਤੋਂ ਇਹ ਕਹੀ ਜਾਈਏ ਕਿ ਅਸੀਂ ਤੇ ਅੰਮ੍ਰਿਤ ਪੀਤਾ ਹੈ, ਤਾਂ ਉਹ ਜ਼ਹਿਰ ਦਾ ਅਸਰ ਹੋਣਾ ਬੰਦ ਨਹੀਂ ਹੋ ਜਾਂਦਾ ਸਰੀਰ 'ਤੇ। ਜ਼ਹਿਰ ਖਾਧੀ ਹੈ ਤਾਂ ਅਸਰ ਵੀ ਜ਼ਹਿਰ ਵਾਲਾ ਹੀ ਮਿਲੇਗਾ। ਅੰਮ੍ਰਿਤ ਖਾਧਾ ਹੈ, ਅੰਮ੍ਰਿਤ ਪੀਤਾ ਹੈ ਤਾਂ ਅਸਰ ਵੀ ਅੰਮ੍ਰਿਤ ਵਾਲਾ ਮਿਲੇਗਾ। ਜੇ ਖਾ ਕੇ ਜ਼ਹਿਰ ਤੇ ਕਹੀ ਜਾਵਾਂਗੇ ਅੰਮ੍ਰਿਤ ਖਾਧਾ ਹੈ ਤਾਂ ਉਸ ਜ਼ਹਿਰ ਦੇ ਅਸਰ ਤੋਂ ਬਚ ਨਹੀਂ ਪਾਵਾਂਗੇ। ਜ਼ਹਿਰ ਦਾ ਕੰਮ ਮਾਰਨਾ ਹੈ ਤੇ ਅਸੀਂ ਮਰ ਹੀ ਜਾਵਾਂਗੇ। ਭਾਈ ਵੇਖੋ ਨਿਆਉ ਸੱਚ ਕਰਤੇ ਕਾ, ਜਿਹਾ ਕੋਈ ਕਰੇ ਤਿਹਾ ਕੋਈ ਪਾਈ। ਇਹ ਭਾਈ ਸੱਚੇ ਪ੍ਰਭੂ ਦਾ ਨਿਆਂ ਵੇਖੋ, ਜਿਸ ਤਰ੍ਹਾਂ ਦਾ ਕੋਈ ਕੰਮ ਕਰਦਾ ਹੈ ਉਹੋ ਜਿਹਾ ਉਸਦਾ ਫਲ ਪਾ ਲੈਂਦਾ ਹੈ। ਦੋ ਗੱਲਾਂ ਗੁਰੂ ਜੀ ਨੇ ਇਹਨਾਂ ਪਿਛਲੀਆਂ 2-3 ਪੰਕਤੀਆਂ ਦੇ ਵਿੱਚ ਕਰ ਦਿੱਤੀਆਂ ਹਨ। ਇੱਕ ਇਹ ਹੈ ਕਿ ਜੋ ਸਾਡਾ ਸਰੀਰ ਹੈ ਉਹ ਇੱਕ ਕਰਮ ਭੂਮੀ ਹੈ,
ਉਸ ਵਿੱਚ ਜੋ ਅਸੀਂ ਬੀਜਦੇ ਹਾਂ ਤਿਹੋ ਜਿਹਾ ਹੀ ਅਸੀਂ ਫਲ ਪ੍ਰਾਪਤ ਕਰਦੇ ਹਾਂ। ਤੇ ਇਸ ਪੰਕਤੀ ਦੇ ਵਿੱਚ ਗੁਰੂ ਜੀ ਕਹਿੰਦੇ ਨੇ ਕਿ ਉਸ ਪ੍ਰਮਾਤਮਾ ਦਾ ਨਿਆਂ ਵੇਖੋ, ਜਿੱਦਾਂ ਦਾ ਕੋਈ ਮਨੁੱਖ ਕੰਮ ਕਰਦਾ ਹੈ ਉੱਦਾਂ ਦਾ ਫਲ ਪਾ ਲੈਂਦਾ ਹੈ। ਬਹੁਤ ਮਿਲਦੀਆਂ ਜੁਲਦੀਆਂ ਇਹ ਪੰਕਤੀਆਂ ਹਨ, ਮਤਲਬ ਇੱਕੋ ਹੀ ਨਿਕਲਦਾ ਹੈ। ਸਾਡਾ ਜੋ ਮਨ ਹੈ ਸਾਡੇ ਸਰੀਰ ਦਾ ਹਿੱਸਾ ਹੈ, ਜਾਂ ਘੱਟੋ ਘੱਟ ਜੋ ਸਾਡਾ ਦਿਮਾਗ ਹੈ ਉਹ ਸਾਡੇ ਸਰੀਰ ਦਾ ਹਿੱਸਾ ਹੈ। ਮਨ ਦੇ ਵਿੱਚ ਜੋ ਵੀ ਗੱਲਾਂ ਜਾਂਦੀਆਂ ਹਨ ਉਹ ਸਾਡੇ ਸਰੀਰ ਦੇ ਜ਼ਰੀਏ ਹੀ ਜਾਂਦੀਆਂ ਹਨ। ਕੁਝ ਖਾ ਰਹੇ ਹੋਈਏ, ਸਵਾਦ ਲੱਗਦਾ ਹੈ, ਪਰ ਖਾ ਮੁੱਖ ਰਾਹੀਂ ਰਹੇ ਹਾਂ। ਕੁਝ ਵੇਖ ਰਹੇ ਹੋਈਏ, ਸੋਹਣਾ ਲੱਗਦਾ ਹੈ ਜਾਂ ਭੈੜਾ ਲੱਗਦਾ ਹੈ, ਵੇਖ ਅੱਖਾਂ ਰਾਹੀਂ ਰਹੇ ਹਾਂ। ਰਸਤਾ ਸਰੀਰ ਹੈ, ਸਰੀਰ ਦੇ ਰਾਹੀਂ ਹੀ ਸਾਡੇ ਮਨ ਦੇ ਵਿੱਚ ਜੋ ਗੱਲਾਂ ਹਨ ਉਹ ਜਾਂਦੀਆਂ ਹਨ, ਸਿੱਖਿਆਵਾਂ ਜਾਂਦੀਆਂ ਹਨ। ਸੋ ਜੋ ਕੁਝ ਵੀ ਸਾਡੇ ਮਨ ਦੇ ਵਿੱਚ ਜਾ ਰਿਹਾ ਹੈ ਉਹ ਬੀਜ ਹੈ, ਤੇ ਉਸ ਜਾਂਦੇ ਦੇ ਕਰਕੇ ਜੋ ਕੁਝ ਅਸੀਂ ਮਹਿਸੂਸ ਕਰਦੇ ਹਾਂ ਉਹ ਸਾਡਾ ਫਲ ਹੈ। ਜੇ ਮਨ ਦੇ ਵਿੱਚ ਭੈੜੀਆਂ ਸਿੱਖਿਆਵਾਂ ਵਾੜੀ ਜਾਵਾਂਗੇ, ਈਰਖਾ ਵਾੜ ਲਈ, ਲਾਲਚ ਵਾੜ ਲਿਆ, ਕ੍ਰੋਧ ਵਾੜ ਲਿਆ, ਤਾਂ ਸਾਨੂੰ ਫਲ ਕਿਹੋ ਜਿਹਾ ਮਿਲੇਗਾ? ਬੇਚੈਨੀ ਹੋਏਗੀ, ਅੰਦਰੇ ਅੰਦਰ ਚਿੰਤਾ ਹੋਈ ਜਾਏਗੀ, ਅੰਦਰੇ ਅੰਦਰ ਕੁੜੀ ਜਾਵਾਂਗੇ, ਉਹ ਸਾਡਾ ਫਲ ਹੋਏਗਾ। ਕਿਉਂਕਿ ਅਸੀਂ ਬੀਜ ਈਰਖਾ ਦਾ ਬੀਜਿਆ ਤਾਂ ਫਲ ਬੇਚੈਨੀ ਮਿਲੇਗਾ। ਦੂਜੀ ਗੱਲ ਜੇ ਅਸੀਂ ਸਰੀਰ ਦੀ ਕਰ ਲਈਏ ਤਾਂ ਇਹਦੇ ਵਿੱਚ ਅਸੀਂ ਭੋਜਨ ਪਾਉਂਦੇ ਹਾਂ, ਉਹ ਭੋਜਨ ਬੀਜ ਹੈ। ਚੰਗਾ ਭੋਜਨ ਪਾਓਗੇ ਤੰਦਰੁਸਤੀ ਫਲ ਮਿਲੇਗਾ, ਮਾੜਾ ਭੋਜਨ ਪਾਓਗੇ ਬਿਮਾਰੀਆਂ ਦਾ ਫਲ ਮਿਲੇਗਾ। ਜਿਹੋ ਜਿਹਾ ਅੰਦਰ ਪਾਵਾਂਗੇ ਫਲ ਉੱਦਾਂ ਦਾ ਮਿਲਣਾ ਹੈ। ਇੱਥੇ ਸੰਸਾਰ ਦੇ ਵਿੱਚ ਅਸੀਂ ਕੀ ਕਰਦੇ ਪਏ ਹਾਂ ਉਹਨਾਂ ਕਰਮਾਂ ਦੀ ਗੱਲ ਨਹੀਂ ਹੋ ਰਹੀ। ਕਈ ਵਾਰ ਮਨੁੱਖ ਨੂੰ ਲੱਗਦਾ ਹੈ ਕਿ ਮੈਂ ਤੇ ਬੜਾ ਭਲਾ ਇਨਸਾਨ ਹਾਂ। ਬੜੀਆਂ ਸਾਨੂੰ ਉਦਾਹਰਨਾਂ ਮਿਲ ਜਾਣਗੀਆਂ, ਕਈਆਂ ਦੇ ਨਾਲ ਖੁਦ ਦੇ ਨਾਲ ਬੀਤੀ ਹੋ ਸਕਦੀ ਹੈ, ਕਈਆਂ ਨੂੰ ਕੁਝ ਆਪਣੇ ਆਸ-ਪਾਸ ਇਨਸਾਨ ਦਿਖ ਸਕਦੇ ਨੇ ਜੋ ਬੜੇ ਭਲੇ ਨੇ, ਕਦੇ ਕਿਸੇ ਦਾ ਬੁਰਾ ਨਹੀਂ ਕਰਦੇ, ਪਰ ਉਹਨਾਂ ਨਾਲ ਖੁਦ ਨਾਲ ਬੁਰਾ ਹੋ ਜਾਂਦਾ ਹੈ। ਸੰਸਾਰਕ ਪੱਧਰ ਤੋਂ ਵੇਖੀਏ ਤੇ ਗੁਰੂ ਸਾਹਿਬ ਦੀ ਇਸ ਲਿਖੀ ਹੋਈ ਪੰਕਤੀ ਨੂੰ ਅਸੀਂ ਝੂਠਾ ਕਰਾਰ ਦੇ ਸਕਦੇ ਹਾਂ ਕਿ ਇਹ ਕਿਹੋ ਜਿਹਾ ਨਿਆਂ ਹੋਇਆ ਕਿ ਗੁਰੂ ਸਾਹਿਬ ਤੇ ਕਹਿੰਦੇ ਨੇ ਜਿਹਾ ਕੋਈ ਕਰੇ ਤੇਹਾ ਕੋਈ ਪਾਏ। ਇਸ ਇਨਸਾਨ ਨੇ ਤੇ ਸਭ ਦਾ ਭਲਾ ਹੀ ਕੀਤਾ ਹੈ ਤੇ ਇਹਦੇ ਨਾਲ ਬੁਰਾ ਕਿਉਂ ਹੋ ਰਿਹਾ ਹੈ? ਤੇ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਪੰਕਤੀਆਂ ਸੰਸਾਰਕ ਪੱਧਰ ਦੀ ਗੱਲ ਨਹੀਂ ਕਰਦੀਆਂ, ਇਹ ਸਾਡੇ ਮਨ ਅਤੇ ਸਾਡੇ ਸਰੀਰ ਦੀ ਗੱਲ ਕਰਦੀਆਂ ਨੇ। ਅਸੀਂ ਆਪਣੇ ਮਨ ਦੇ ਵਿੱਚ ਜਿਹੋ ਜਿਹੀਆਂ ਸੋਚਾਂ ਪਾਵਾਂਗੇ ਉਹਨਾਂ ਦੇ ਹਿਸਾਬ ਦਾ ਸਾਨੂੰ ਫਲ ਮਿਲੇਗਾ। ਇਹ ਪਰਮਾਤਮਾ ਦਾ ਨਿਆਂ ਹੈ। ਜੇਕਰ ਤੁਸੀਂ ਮਨ ਵਿੱਚ ਈਰਖਾ ਪਾਲੋਗੇ ਤੁਹਾਨੂੰ ਬੇਚੈਨੀ ਹੀ ਮਿਲੇਗੀ। ਜੇ ਮਨ ਵਿੱਚ ਲਾਲਚ ਪਾਲੋਗੇ ਤੁਹਾਨੂੰ ਦੁੱਖ ਹੀ ਮਿਲੇਗਾ। ਲਾਲਚ ਦੀ ਪੂਰਤੀ ਹੋ ਵੀ ਜਾਏ ਉਹਨੇ ਹੋਰ ਵੱਧ ਜਾਣਾ, ਤ੍ਰਿਪਤੀ ਨਹੀਂ ਹੋਣੀ, ਕੁੜਦੇ ਰਹੋਗੇ ਸਾਰੀ ਜ਼ਿੰਦਗੀ। ਇਹ ਪ੍ਰਮਾਤਮਾ ਦਾ ਨਿਆਂ ਹੈ। ਇਹ ਨਹੀਂ ਹੋ ਸਕਦਾ ਕਿ ਤੁਸੀਂ ਮਨ ਵਿੱਚ ਈਰਖਾ ਤੇ ਲਾਲਚ ਵਰਗੇ ਖਿਆਲ ਪਾਲੀ ਰੱਖੋ ਤੇ ਕਹੋ ਕਿ ਮੈਂ ਆਪਣੀ ਜ਼ਿੰਦਗੀ ਬੜੀ ਸੌਖੀ ਬਤੀਤ ਕਰਾਂ। ਨਹੀਂ, ਇੱਦਾਂ ਨਹੀਂ ਹੋ ਸਕਦਾ। ਜਿਹੋ ਜਿਹੇ ਬੀਜ ਆਪਣੇ ਅੰਦਰ ਪਾਓਗੇ ਉਹੋ ਜਿਹੇ ਫਲ ਪ੍ਰਾਪਤ ਕਰਨੇ ਹੀ ਪੈਣਗੇ। ਅੰਦਰ ਜ਼ਹਿਰ ਪਾਵਾਂਗੇ ਤੇ ਅਸਰ ਅੰਮ੍ਰਿਤ ਵਾਲਾ ਨਹੀਂ ਹੋਣਾ। ਅੱਗੇ ਚੱਲਦੇ ਹਾਂ। ਜਨ ਨਾਨਕ ਕਉ ਸਭ ਸੋਝੀ ਪਾਈ, ਹਰ ਦਰ ਕੀਆਂ ਬਾਤਾਂ ਆਖ ਸੁਣਾਈ। ਹੇ ਨਾਨਕ, ਜਿਸ ਦਾਸ ਨੂੰ ਪ੍ਰਭੂ ਇਹ ਸਮਝਣ ਦੀ ਸਾਰੀ ਬੁੱਧੀ ਬਖਸ਼ਦਾ ਹੈ ਉਹ ਪ੍ਰਭੂ ਦੇ ਦਰ ਦੀਆਂ ਇਹ ਗੱਲਾਂ ਕਰਕੇ ਸੁਣਾਉਂਦਾ ਹੈ। ਪਿਛਲੀਆਂ ਪੰਕਤੀਆਂ ਦੇ ਵਿੱਚ ਅਸੀਂ ਜੋ ਵੀ ਗੱਲਾਂ ਪੜ੍ਹੀਆਂ ਉਹ ਅਸੀਂ ਤਾਂ ਹੀ ਸਮਝ ਸਕਦੇ ਹਾਂ ਜੇ ਪ੍ਰਮਾਤਮਾ ਨੇ ਸਾਨੂੰ ਉਹਨਾਂ ਨੂੰ ਸਮਝਣ ਜੋਗੀ ਬੁੱਧੀ ਬਖਸ਼ੀ ਹੋਈ। ਉਦਾਹਰਣ ਦੇ ਤੌਰ ਤੇ ਇਹ ਕਹਿ ਲਈਏ ਕਿ ਜੇ ਇਹ ਸਿੱਖਿਆਵਾਂ ਬਾਲਟੀ ਭਰ ਪਾਣੀ ਬਰੋਬਰ ਨੇ ਤੇ ਸਾਡੀ ਬੁੱਧੀ ਇੱਕ ਗਲਾਸ ਜੋਗਰੀ ਹੈ, ਗਲਾਸ ਜਿੱਡੀ ਹੈ, ਤਾਂ ਉਹ ਬਾਲਟੀ ਭਰ ਪਾਣੀ ਅਸੀਂ ਗਲਾਸ ਦੇ ਵਿੱਚ ਨਹੀਂ ਭਰ ਸਕਦੇ। ਉਸ ਗਲਾਸ ਦੀ ਜਿੰਨੀ ਸਮਰੱਥਾ ਹੈ ਉਹ ਓਨਾ ਕੁ ਹੀ ਪਾਣੀ ਆਪਣੇ ਵਿੱਚ ਇਕੱਠਾ ਕਰ ਸਕਦਾ ਹੈ। ਸੋ ਸਾਡੀ ਬੁੱਧੀ ਜਿੰਨੀ ਕੁ ਪਰਮਾਤਮਾ ਨੇ ਬਖਸ਼ੀ ਹੈ, ਜਿੰਨੀ ਕੁ ਸਮਰੱਥਾ ਸਾਡੀ ਬੁੱਧੀ ਦੀ ਉਸ ਪਰਮਾਤਮਾ ਨੇ ਬਖਸ਼ੀ ਹੈ, ਉਨੀ ਕੁ ਹੀ ਅਸੀਂ ਇਹਨਾਂ ਸਿੱਖਿਆਵਾਂ ਨੂੰ ਸਮਝ ਸਕਦੇ ਹਾਂ, ਉਸ ਤੋਂ ਅਧਿਕ ਨਹੀਂ।
ਮਹਿਲਾ ਚੌਥਾ। ਹੁੰਦਾ ਪ੍ਰਤੱਖ ਗੁਰੂ ਜੋ ਵਿਛੜੇ, ਤਿਨ ਕਉ ਦਰ ਢੋਈ ਨਾਹੀਂ। ਸਤਿਗੁਰੂ ਦੇ ਪ੍ਰਤੱਖ ਹੁੰਦਿਆਂ ਵੀ ਜੋ ਨਿੰਦਕ ਗੁਰੂ ਤੋਂ ਵਿਛੜੇ ਰਹਿੰਦੇ ਹਨ, ਉਹਨਾਂ ਨੂੰ ਦਰਗਾਹ ਵਿੱਚ ਢੋਈ ਨਹੀਂ ਮਿਲਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਰੂਪ ਦੇ ਵਿੱਚ ਸਾਡੇ ਵਿੱਚ ਮੌਜੂਦ ਨੇ। ਸਰੀਰਕ ਰੂਪ ਦੇ ਵਿੱਚ ਜੇ ਗੁਰੂ ਸਾਹਿਬ ਨੂੰ ਮਿਲਣਾ ਹੋਵੇ ਤਾਂ ਕਦੇ ਵੀ ਕਿਸੇ ਵੀ ਇਨਸਾਨ ਤੋਂ ਮੇਰਾ ਖਿਆਲ ਹੈ ਕਿ ਗੁਰੂ ਘਰ ਬਹੁਤੀ ਦੂਰ ਨਹੀਂ ਹੁੰਦਾ। ਪਰਮਾਤਮਾ ਦੀ ਬਖਸ਼ਿਸ਼ ਹੋਈ ਹੈ, ਗੁਰਸਿੱਖਾਂ ਨੇ ਥਾਂ ਥਾਂ ਗੁਰੂ ਘਰ ਬਣਾਏ ਹੋਏ ਹਨ ਤੇ ਹਰ ਗੁਰੂ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹਨ। ਅਸੀਂ ਸਰੀਰਕ ਤੌਰ ਤੇ ਮਿਲਣਾ ਚਾਹੀਏ ਤੇ ਗੁਰੂ ਘਰ ਜਾ ਕੇ ਮਿਲ ਸਕਦੇ ਹਾਂ। ਤੇ ਅੱਜ ਕੱਲ੍ਹ ਤੇ ਇਹ ਸੁਵਿਧਾ ਹੋਰ ਵੀ ਵੱਧ ਗਈ ਹੈ। ਸਾਡੇ ਫੋਨਾਂ ਦੇ ਵਿੱਚ, ਸਾਡੇ ਕੰਪਿਊਟਰਾਂ ਦੇ ਵਿੱਚ ਅਸੀਂ ਗੁਰੂ ਸਾਹਿਬ ਨੂੰ ਪੜ੍ਹ ਸਕਦੇ ਹਾਂ। ਉਹਨਾਂ ਦੀਆਂ ਸਿੱਖਿਆਵਾਂ ਨੂੰ ਮੋਬਾਈਲਾਂ, ਫੋਨਾਂ, ਕੰਪਿਊਟਰਾਂ ਦਾ ਇਸਤੇਮਾਲ ਕਰਕੇ ਗ੍ਰਹਿਣ ਕਰ ਸਕਦੇ ਹਾਂ। ਦੋਨਾਂ ਹੀ ਪਾਸਿਓਂ ਵੇਖਿਆ ਜਾਏ ਤਾਂ ਗੁਰੂ ਸਾਹਿਬ ਪ੍ਰਤੱਖ ਰੂਪ ਦੇ ਵਿੱਚ ਸਾਡੇ ਵਿੱਚ ਮੌਜੂਦ ਨੇ, ਪਰ ਬਹੁਤੇ ਲੋਕ ਫਿਰ ਵੀ ਗੁਰੂ ਸਾਹਿਬ ਤੋਂ ਵਿਛੜੇ ਰਹਿੰਦੇ ਨੇ, ਨਹੀਂ ਟੁੱਕਦੇ ਗੁਰੂ ਸਾਹਿਬ ਦੇ ਨੇੜੇ ਨਹੀਂ ਟੁੱਕਦੇ ਤੇ ਪ੍ਰਮਾਤਮਾ ਦੀ ਦਰਗਾਹ ਤੇ ਉਹਨਾਂ ਨੂੰ ਢੋਈ ਵੀ ਨਹੀਂ ਮਿਲਦੀ। ਜਦ ਕੋਈ ਦੁੱਖ ਆਉਂਦਾ ਹੈ, ਜੋ ਗੁਰੂ ਦੇ ਸਿੱਖ ਹਨ, ਗੁਰੂ ਦੀਆਂ ਸਿੱਖਿਆਵਾਂ ਦੇ ਨਾਲ ਜੁੜੇ ਹੋਏ ਹਨ, ਗੁਰਬਾਣੀ ਦੇ ਵਿੱਚੋਂ ਉਹਨਾਂ ਨੂੰ ਢੋਈ ਮਿਲ ਜਾਂਦੀ ਹੈ, ਇੱਕ ਆਸਰਾ ਮਿਲ ਜਾਂਦਾ ਹੈ। ਗੁਰਬਾਣੀ ਪੜ੍ਹਦਿਆਂ ਇੱਕ ਆਸਰਾ ਮਿਲ ਜਾਂਦਾ ਹੈ ਜੋ ਕਿਸੇ ਵੀ ਇਨਸਾਨ ਪਾਸੋਂ ਨਹੀਂ ਮਿਲਦਾ। ਪਰ ਜੋ ਗੁਰੂ ਤੋਂ ਵਿਛੜੇ ਹੋਏ ਨੇ ਉਹਨਾਂ ਨੂੰ ਇਹ ਆਸਰਾ ਕੌਣ ਦੇਵੇ? ਕੋਈ ਵੀ ਨਹੀਂ। ਕੋਈ ਜਾਏ ਮਿਲੈ ਤਿਨ ਨਿੰਦਕਾਂ, ਮੂੰਹ ਫਿੱਕੇ ਥੁੱਕ ਥੁੱਕ ਮੂੰਹੇ ਪਾਹੀ। ਜੇਕਰ ਕੋਈ ਇਹਨਾਂ ਨਿੰਦਕਾਂ ਦਾ ਸੰਗ ਵੀ ਕਰੇ, ਉਹਦਾ ਵੀ ਮੂੰਹ ਫਿੱਕਾ ਹੋ ਜਾਂਦਾ ਹੈ, ਮੂੰਹ ਤੇ ਨਿਰੀ ਥੁੱਕ ਪੈਂਦੀ ਹੈ, ਭਾਵ ਕਿ ਫਿਟਕਾਰਾਂ ਪੈਂਦੀਆਂ ਨੇ। ਜੋ ਸਤਿਗੁਰ ਫਿਟਕੇ ਸੇ ਸਭ ਜਗਤ ਫਿਟਕੇ, ਨਿਤ ਭੰਬਲ ਭੂਸੇ ਖਾਹੀ। ਜੋ ਮਨੁੱਖ ਗੁਰੂ ਵੱਲੋਂ ਵਿਛੜੇ ਹੋਏ ਹਨ, ਉਹ ਸੰਸਾਰ ਵਿੱਚ ਵੀ ਫਿਟਕਾਰੇ ਹੋਏ ਹਨ, ਸਦਾ ਟਿੱਕੇ ਡੋਲੇ ਖਾਂਦੇ ਫਿਰਦੇ ਹਨ। ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਢਾਹਾਂ ਫਿਰਾਹੀ, ਤਿਨ ਕੀ ਭੁੱਖ ਕਦੇ ਨਾ ਉਤਰੈ, ਨਿਤ ਭੁੱਖਾਂ ਭੁੱਖ ਕੂਕਾਹੀ। ਜੋ ਮਨੁੱਖ ਪਿਆਰੇ ਸਤਿਗੁਰੂ ਦੀ ਨਿੰਦਾ ਕਰਦੇ ਹਨ, ਗੋਪਿਆ ਤੋਂ ਭਾਵ ਨਿੰਦਾ ਕਰਨੀ, ਉਹ ਸਦਾ ਮਾਨੋ ਢਾਹਾਂ ਮਾਰਦੇ ਫਿਰਦੇ ਹਨ। ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਢਾਹਾਂ ਫਿਰਾਹੀ, ਤਿਨ ਕੀ ਭੁੱਖ ਕਦੇ ਨਾ ਉਤਰੈ। ਉਹਨਾਂ ਦੀ ਤ੍ਰਿਸ਼ਨਾ ਕਦੇ ਨਹੀਂ ਉਤਰਦੀ ਤੇ ਸਦਾ ਭੁੱਖ ਭੁੱਖ ਕੂਕਦੇ ਹਨ, ਨਿਤ ਭੁੱਖਾ ਭੁੱਖ ਕੁਕਾਹੀ। ਉਹਨਾਂ ਦਾ ਆਖਿਆ ਕੋ ਨਾ ਸੁਣੈ, ਨਿਤ ਹੌਲੇ ਹੌਲ ਮਰਾਹੀ। ਕੋਈ ਉਹਨਾਂ ਦੀ ਗੱਲ ਦਾ ਇਤਬਾਰ ਨਹੀਂ ਕਰਦਾ, ਇਸ ਕਰਕੇ ਉਹ ਸਦਾ ਚਿੰਤਾ ਫਿਕਰ ਵਿੱਚ ਹੀ ਖਪਦੇ ਹਨ। ਜੋ ਸਤਿਗੁਰੂ ਦੀ ਨਿੰਦਾ ਕਰੇ, ਉਹਦੀ ਗੱਲ ਤੇ ਯਕੀਨ ਕਰਨ ਵਾਲੇ ਬਹੁਤ ਵਿਰਲੇ ਹੁੰਦੇ ਹਨ। ਜ਼ਿਆਦਾਤਰ ਲੋਕ ਉਹਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੇ ਤੇ ਜਿਹੜੇ ਕੋਈ ਵਿਰਲੇ ਉਹਦੀਆਂ ਗੱਲਾਂ ਤੇ ਵਿਸ਼ਵਾਸ ਕਰ ਲੈਂਦੇ ਨੇ, ਉਹਨਾਂ ਦੀ ਗੱਲ ਅਗਲੀਆਂ ਪੰਕਤੀਆਂ ਦੇ ਵਿੱਚ ਗੁਰੂ ਜੀ ਕਰਦੇ ਨੇ। ਸਤਿਗੁਰ ਕੀ ਵਡਿਆਈ ਵੇਖ ਨਾ ਸਕਨੀ, ਉਹਨਾਂ ਅੱਗੇ ਪਿੱਛੇ ਥਾਉ ਨਾਹੀਂ। ਜੋ ਮਨੁੱਖ ਸਤਿਗੁਰੂ ਦੀ ਮਹਿਮਾ ਜਰ ਨਹੀਂ ਸਕਦੇ, ਉਹਨਾਂ ਨੂੰ ਲੋਕ ਪਰਲੋਕ ਵਿੱਚ ਟਿਕਾਣਾ ਨਹੀਂ ਮਿਲਦਾ। ਜੋ ਸਤਿਗੁਰ ਮਾਰੇ ਤਿਨ ਜਾਏ ਮਿਲੈ, ਰਹਿੰਦੀ ਖੂੰਦੀ ਸਭ ਪੱਤ ਗਵਾਹੀ। ਇੱਥੇ ਉਹਨਾਂ ਇਨਸਾਨਾਂ ਦੀ ਗੱਲ ਹੋ ਰਹੀ ਹੈ ਜੋ ਸਤਿਗੁਰੂ ਦੇ ਨਿੰਦਕਾਂ ਦੇ ਨਾਲ ਮਿਲ ਕੇ ਚੱਲਦੇ ਹਨ, ਜੋ ਸਤਿਗੁਰੂ ਦੇ ਨਿੰਦਕਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰ ਲੈਂਦੇ ਹਨ। ਜੋ ਸਤਿਗੁਰ ਮਾਰੇ, ਜੋ ਗੁਰੂ ਤੋਂ ਵਿਛੜੇ ਹੋਏ ਹਨ, ਤਿਨ ਜਾਏ ਮਿਲੈ, ਤੇ ਜਿਹੜੇ ਉਹਨਾਂ ਨੂੰ ਜਾ ਕੇ ਮਿਲਦੇ ਹਨ, ਰਹਿੰਦੀ ਖੂੰਦੀ ਸਭ ਪੱਤ ਗਵਾਹੀ। ਉਹ ਵੀ ਆਪਣੀ ਮਾੜੀ ਮੋਟੀ ਇੱਜ਼ਤ ਜੋ ਹੈ ਉਹ ਗਵਾ ਲੈਂਦੇ ਹਨ। ਓਏ ਅੱਗੇ ਕੁਸ਼ਟੀ ਗੁਰ ਕੇ ਫਿਟਕੇ, ਜੇ ਓਸ ਮਿਲੈ ਤਿਸ ਕੁਸ਼ਟ ਉਠਾਹੀ। ਕੁਸ਼ਟ ਤੋਂ ਭਾਵ ਕੋਹੜ। ਕੋੜ ਇੱਕ ਬਿਮਾਰੀ ਹੁੰਦੀ ਸੀ, ਅੱਜ ਕੱਲ੍ਹ ਮੇਰਾ ਖਿਆਲ ਹੈ ਵੇਖਣ ਨੂੰ ਨਹੀਂ ਮਿਲਦੀ। ਉਹ ਇੱਕ ਦੂਸਰੇ ਤੋਂ ਹੋ ਜਾਂਦੀ ਸੀ। ਜੇ ਇੱਕ ਨੂੰ ਹੈ, ਦੂਸਰਾ ਉਹਦੇ ਨੇੜੇ ਜਾਏ ਤੇ ਉਹਨੂੰ ਵੀ ਚੁੰਬੜ ਜਾਂਦੀ ਸੀ। ਤਾਂ ਸਤਿਗੁਰੂ ਦੀ ਨਿੰਦਾ ਵੀ ਗੁਰੂ ਜੀ ਕਹਿੰਦੇ ਕੋੜ ਵਰਗੀ ਹੈ।
ਸਤਿਗੁਰੂ ਤੋਂ ਮਿਲੀ ਹੋਈ ਫਿਟਕਾਰ ਵੀ ਕੋੜ ਵਰਗੀ ਹੈ। ਜਿਹੜਾ ਮਨੁੱਖ ਸਤਿਗੁਰੂ ਦੀ ਨਿੰਦਾ ਕਰਦਾ ਹੈ ਉਹ ਪਹਿਲਾਂ ਹੀ ਕੋੜੀ ਹੋ ਚੁੱਕਿਆ ਹੁੰਦਾ। ਓਏ ਅੱਗਾ ਕੁਸ਼ਤੀ ਗੁਰ ਕੇ ਫਿਟਕੇ। ਗੁਰੂ ਨੇ ਜਿਸ ਨੂੰ ਫਿਟਕਾਰ ਦਿੱਤਾ ਮਾਨੋ ਉਹਨੂੰ ਕੋੜ ਹੋ ਗਿਆ। ਜੇ ਉਸ ਮਿਲੈ ਤੇ ਜੇਕਰ ਕੋਈ ਮਨੁੱਖ ਉਹਦਾ ਸੰਗ ਕਰੇ ਜਾ ਕੇ, ਤਿਸ ਕੁਸ਼ਟ ਉਠਾਹੀ, ਉਹਨੂੰ ਵੀ ਕੋੜ ਚਮੋੜ ਦਿੰਦੇ ਹਨ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 308ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਪ੍ਰਮੁੱਖ ਤੌਰ 'ਤੇ ਸਤਿਗੁਰੂ ਦੀ ਨਿੰਦਾ ਕਰਨ ਵਾਲਿਆਂ ਦੀ ਗੱਲ ਕੀਤੀ ਹੈ ਤੇ ਗੁਰੂ ਜੀ ਨੇ ਸਾਨੂੰ ਦੱਸਿਆ ਹੈ ਕਿ ਸਤਿਗੁਰੂ ਦੀ ਨਿੰਦਾ ਕਰਨ ਵਾਲੇ ਨੂੰ ਸਤਿਗੁਰੂ ਫਿਟਕਾਰ ਦਿੰਦੇ ਹਨ ਤੇ ਜਿਹੜਿਆਂ ਨੂੰ ਸਤਿਗੁਰੂ ਨੇ ਫਿਟਕਾਰ ਦਿੱਤਾ ਉਹਨਾਂ ਨੂੰ ਕਦੇ ਢੋਈ ਨਹੀਂ ਮਿਲਦੀ, ਕਿਤੇ ਟਿਕਾਣਾ ਨਹੀਂ ਮਿਲਦਾ। ਦੂਸਰੀ ਗੱਲ ਗੁਰੂ ਜੀ ਨੇ ਉਸ ਪ੍ਰਮਾਤਮਾ ਦੇ ਨਿਆਂ ਦੀ ਕੀਤੀ ਹੈ ਕਿ ਉਸ ਪ੍ਰਮਾਤਮਾ ਦਾ ਨਿਆਂ ਅਟੱਲ ਹੈ, ਉਹਦਾ ਨਿਯਮ ਅਟੱਲ ਹੈ ਕਿ ਆਪਣੇ ਸਰੀਰ ਰੂਪੀ ਕਰਮ ਭੂਮੀ ਦੇ ਵਿੱਚ ਜੋ ਕੁਝ ਬੀਜੋਗੇ ਤੁਹਾਨੂੰ ਉਹੋ ਜਿਹਾ ਫਲ ਪ੍ਰਾਪਤ ਹੋਏਗਾ। ਇਹ ਸੰਸਾਰਿਕ ਪੱਧਰ ਦੀ ਨਹੀਂ, ਸਰੀਰਕ ਪੱਧਰ ਦੀ ਗੱਲ ਹੈ। ਸੰਸਾਰ ਦੇ ਵਿੱਚ ਜੋ ਤੁਸੀਂ ਚੰਗੇ ਕਰਮ ਕਰਦੇ ਪਏ ਹੋ ਉਹਨਾਂ ਦਾ ਫਲ ਵੀ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਮਿਲੇਗਾ। ਜੇ ਹਾਲੇ ਨਹੀਂ ਮਿਲਿਆ ਤਾਂ ਇਹ ਸਮਝ ਲਓ ਕਿ ਹਾਲੇ ਤੁਸੀਂ ਬੀਜ ਰਹੇ ਹੋ। ਖੇਤਾਂ ਦੇ ਵਿੱਚ ਫਸਲ ਦੀ ਵੀ ਗੱਲ ਕਰੀਏ ਤੇ ਪਹਿਲਾਂ ਬੀਜਣੀ ਪੈਂਦੀ ਹੈ, ਫਿਰ ਉਹਦੀ ਰਾਖੀ ਕਰਨੀ ਪੈਂਦੀ ਹੈ, ਸੰਭਾਲ ਕਰਨੀ ਪੈਂਦੀ ਹੈ, ਤਾਂ ਕਿਤੇ 6 ਮਹੀਨਿਆਂ ਤੱਕ ਜਾ ਕੇ ਸਾਨੂੰ ਫਸਲ ਵੱਢਣ ਨੂੰ ਮਿਲਦੀ ਹੈ। ਇਹ ਤੇ ਸਾਡੇ ਜੀਵਨ ਦੀ ਗੱਲ ਹੋ ਰਹੀ ਹੈ। ਚੰਗੇ ਕਰਮ ਅੱਜ ਜੇ ਕਰਦੇ ਪਏ ਆ ਤਾਂ ਸਮਝ ਲਿਓ ਕਿ ਬੀਜ ਰਹੇ ਆ, ਉਹਨਾਂ ਨੂੰ ਕਰਦੇ ਰਹਿਣਾ, ਬੀਜਣਾ ਵੀ ਹੈ ਤੇ ਉਹਨਾਂ ਕਰਮਾਂ ਦੀ ਸੰਭਾਲ ਵੀ ਕਰਨੀ ਹੈ। ਇੱਕ ਨਾ ਇੱਕ ਦਿਨ ਤੇ ਫਲ ਜ਼ਰੂਰ ਮਿਲੇਗਾ। ਇਸ ਗੱਲ ਨੂੰ ਜਾਣਨ ਦੇ ਲਈ ਵੀ ਆਪਣੀਆਂ ਅੱਖਾਂ, ਆਪਣੇ ਕੰਨ, ਆਪਣਾ ਦਿਮਾਗ ਖੁੱਲ੍ਹਾ ਰੱਖਣਾ ਪਏਗਾ ਤਾਂ ਕਿ ਅਸੀਂ ਪਛਾਣ ਸਕੀਏ ਕਿ ਇਹ ਫਲ ਸਾਨੂੰ ਮਿਲਿਆ ਹੈ। ਕਈ ਵਾਰ ਅਜਿਹਾ ਵੀ ਹੋ ਜਾਂਦਾ ਹੈ ਪਰਮਾਤਮਾ ਸਾਨੂੰ ਬੜੇ ਫਲ ਬਖਸ਼ਦਾ ਹੈ, ਅਸੀਂ ਧਿਆਨ ਹੀ ਨਹੀਂ ਦਿੰਦੇ, ਸਾਨੂੰ ਪਤਾ ਹੀ ਨਹੀਂ ਚੱਲਦਾ ਕਿ ਸਾਡੇ ਕੋਲ ਇਹ ਬਖਸ਼ਿਸ਼ਾਂ ਵੀ ਹਨ। ਅਸੀਂ ਜੋ ਨਹੀਂ ਹੈ ਉਹਦੇ 'ਤੇ ਹੀ ਆਪਣਾ ਧਿਆਨ ਕੇਂਦਰਿਤ ਕਰੀ ਰੱਖਦੇ ਹਾਂ, ਜੋ ਹੈ ਉਹਦੇ ਵੱਲ ਧਿਆਨ ਨਹੀਂ ਮਾਰ ਪਾਉਂਦੇ। ਇਸ ਲਈ ਆਪਣੇ ਗਿਆਨ ਇੰਦਰੇ ਖੁੱਲ੍ਹੇ ਰੱਖਣੇ ਜ਼ਰੂਰੀ ਨੇ ਤਾਂ ਕਿ ਅਸੀਂ ਪਛਾਣ ਸਕੀਏ ਕਿ ਪ੍ਰਮਾਤਮਾ ਸਾਨੂੰ ਇਹ ਫਲ ਬਖਸ਼ ਰਿਹਾ ਹੈ। ਉਸ ਵਕਤ ਪ੍ਰਮਾਤਮਾ ਦੇ ਧੰਨਵਾਦੀ ਵੀ ਹੋਈਏ ਤੇ ਆਪਣੇ ਆਪ ਨੂੰ ਇਸ ਗੱਲ ਦਾ ਨਿਸ਼ਚਾ ਵੀ ਕਰਵਾਈਏ ਕਿ ਜੋ ਚੰਗੇ ਕਰਮ ਮੈਂ ਸੰਸਾਰਿਕ ਪੱਧਰ 'ਤੇ ਕੀਤੇ ਸਨ, ਉਹਨਾਂ ਚੰਗੇ ਕਰਮਾਂ ਦਾ ਸੰਸਾਰਿਕ ਪੱਧਰ 'ਤੇ ਮੈਨੂੰ ਇਹ ਫਲ ਮਿਲ ਰਿਹਾ ਹੈ। ਫਿਰ ਤੁਸੀਂ ਕਦੇ ਸ਼ੱਕ ਨਹੀਂ ਕਰੋਗੇ ਪ੍ਰਮਾਤਮਾ ਦੇ ਨਿਆਂ 'ਤੇ। ਇਹਨਾਂ ਹੀ ਸਿੱਖਿਆਵਾਂ ਦੇ ਨਾਲ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।